ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਤਿਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਾਤਿਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਾਈ ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ। ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ। ਕਤ ਕੋ ਹੋਵੈ ਸਾਧ ਸੰਗ ਬਿਨਸੈ ਸਭੈ ਸੋਚ। ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ। ਕਤ ਕੋ ਹੋਵੈ ਸਾਧ ਸੰਗ ਬਿਨਸੈ ਸਭੈ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਤਕ ਸ਼ਬਦ ਦੀ ਵਿਚਾਰ ਆਰੰਭ ਕਰਕੇ ਸਰਵਣ ਕਰਦੇ ਹਾਂ। ਮਨੋਬਿਰਤੀਆਂ ਗੁਰਚਰਨਾਂ ਨਾਲ ਜੋੜੀਏ। ਕਾਤਿਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਾਤਸ਼ਾਹ ਕਹਿੰਦੇ ਕਾਤਿਕ ਦਾ ਮਹੀਨਾ ਸਾਨੂੰ ਕੀ ਗਿਆਨ ਦਿੰਦਾ ਹੈ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਸਾਰ ਨੂੰ ਤਾਰ ਰਹੇ ਸੀ, ਉਸ ਵੇਲੇ ਸਤਿਗੁਰਾਂ ਦੇ ਕੋਲ ਇੱਕ ਪੰਡਤ ਆਇਆ, ਇੱਕ ਬ੍ਰਾਹਮਣ ਆਇਆ। ਉਥਾਨਕਾ ਹੈ 12 ਮਾਹਾਂ ਦੀ ਰਚਨ ਦੀ, ਪਹਿਲਾਂ ਸਰਵਣ ਕਰੀਏ। ਕਹਿੰਦੇ ਉਸ ਬ੍ਰਾਹਮਣ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦੀਆਂ ਸੰਗਤਾਂ ਨੂੰ ਕਥਾ ਸੁਣਾ ਦਿਆ ਕਰਾਂ, ਮਹੀਨਾ ਸੁਣਾ ਦਿਆ ਕਰਾਂ। ਜਿਵੇਂ ਹਾਲੇ ਤੱਕ ਵੀ ਸਾਡੇ ਦਿਮਾਗ ਦੇ ਵਿੱਚ ਇਹ ਖਿਆਲ ਹੈ, ਪੁਰਾਣੀਆਂ ਬਜ਼ੁਰਗ ਮਾਈਆਂ ਕਿਸੇ ਮਨੁੱਖ ਨੂੰ ਪੁੱਛਣਗੀਆਂ ਮਹੀਨਾ ਕਿਹੜਾ ਚੜ੍ਹਿਆ, ਨਾਲੇ ਕਿ ਪਤਾ ਹੁੰਦਾ ਕਿਹੜਾ ਚੜ੍ਹਿਆ। ਭਾਵ ਕਿ ਉਹਨਾਂ ਸਮਿਆਂ ਦੇ ਵਿੱਚ ਬ੍ਰਾਹਮਣ ਨੇ ਆ ਕੇ ਕਿਹਾ ਕਿ ਮੈਂ ਮਹੀਨਾ ਸੁਣਾਇਆ ਕਰਾਂਗਾ ਤੁਹਾਡੀ ਸੰਗਤ ਨੂੰ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਸੁਣਾ ਦਿਆ ਕਰ। ਉਹ ਕਾਫੀ ਸਾਰਾ ਮਹੀਨੇ, ਕਈ ਮਹੀਨੇ ਉਹ ਮਹੀਨਾ ਸੁਣਾਉਂਦਾ ਰਿਹਾ ਕਿ ਸੰਗਤ ਸੁਣਦੀ ਰਹੀ। ਚਲੋ ਪਾਤਸ਼ਾਹ ਨੇ ਡਿਊਟੀ ਲਾਤੀ, ਸੁਣਾ ਦਿਆ ਕਰ ਭਾਈ। ਉਹ ਸੁਣਾਉਣ ਲੱਗਿਆ, ਲੇਕਿਨ ਹੌਲੀ ਹੌਲੀ ਕੀ ਹੋਇਆ, ਉਹ ਜਿਹੜਾ ਸੀਗਾ ਬ੍ਰਾਹਮਣ ਉਹ ਸੰਗਤਾਂ ਨੂੰ ਕਹਿਣ ਲੱਗਿਆ ਤੁਸੀਂ ਮਹੀਨਾ ਤਾਂ ਮੈਥੋਂ ਸੁਣਦੇ ਹੋ, ਮੱਥਾ ਤੁਸੀਂ ਜਾ ਕੇ ਗੁਰੂ ਅਰਜਨ ਦੇਵ ਨੂੰ ਟੇਕਦੇ ਹੋ, ਤੁਸੀਂ ਮੈਨੂੰ ਮੱਥਾ ਟੇਕਿਆ ਕਰੋ, ਭਾਵ ਪੈਸੇ ਮੈਨੂੰ ਦਿਆ ਕਰੋ। ਤਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਮਹਾਰਾਜ ਇੱਦਾਂ ਕਹਿੰਦਾ ਉਹ। ਅਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ। ਅਤੇ ਇੱਕ ਵਾਰੀ ਕਹਿੰਦੇ ਉਹ ਗੁੱਸੇ 'ਚ ਆ ਕੇ ਅਤੇ ਉਹ ਆਇਆ ਨਾ, ਅਤੇ ਗੁਰੂ ਸਾਹਿਬ ਮਹਾਰਾਜ ਜੀ ਉਡੀਕਦੇ ਰਹੇ, ਸੰਗਤ ਵੀ ਉਡੀਕਦੀ ਰਹੀ ਵੀ ਉਹ ਹੁਣ ਆਵੇਗਾ ਮਹੀਨਾ ਸੁਣਾਉਣ, ਪਰ ਉਹ ਨਾ ਆਇਆ। ਅਤੇ ਅਖੀਰ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਪਾਤਸ਼ਾਹ ਤੁਸੀਂ ਸਾਨੂੰ ਕਿਉਂ ਨਹੀਂ ਇਸ ਵਿਸ਼ੇ 'ਤੇ ਗੱਲ ਸੁਣਾਉਂਦੇ। ਉਹ ਤਾਂ ਕੇਵਲ ਮਹੀਨਾ ਹੀ ਸੁਣਾਉਂਦਾ ਸੀਗਾ, ਪਰ ਸਤਿਗੁਰਾਂ ਨੇ ਫਿਰ 12 ਮਾਹਾਂ ਦੀ ਰਚਨਾ ਕੀਤੀ ਜਿਹਦੇ ਵਿੱਚ ਬ੍ਰਹਮ ਗਿਆਨ ਭਰਿਆ। ਆਓ ਅੱਜ ਦਾ ਮਹੀਨਾ ਜਿਹੜਾ ਕੱਤਕ ਦਾ ਆਰੰਭ ਹੁੰਦਾ ਹੈ, ਇਸ ਵਿਸ਼ੇ 'ਤੇ ਪੰਜਵੇਂ ਪਾਤਸ਼ਾਹ ਜੀ ਨੇ ਫਿਰ ਕੀ ਗਿਆਨ ਬਖਸ਼ਿਸ਼ ਕੀਤਾ ਸਾਨੂੰ ਕਿ ਮਨੁੱਖ ਜਿਹੜਾ ਹੈ ਕਾਤਿਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਦੱਦਾ ਦੋਸ਼ ਨ ਦਿਓ ਕਿਸੈ ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨ। ਅਸੀਂ ਜੋ ਕਰਮ ਕਰਦੇ ਹਾਂ ਉਹਦਾ ਫਲ ਪ੍ਰਾਪਤ ਹੁੰਦਾ ਹੈ। ਜਿਵੇਂ
ਪਿਛਲੇ ਦਿਨੀ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਸੀ। 4 ਪਦੇ ਸਰਵਣ ਕੀਤੇ ਸੀ। ਅੱਗੇ 5ਵਾਂ ਪਦਾ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ, ਜਿਹੋ ਜਿਹੇ ਸੋਚ ਰੱਖਦਾ, ਉਹੋ ਜਿਹਾ ਇਸ ਨੂੰ ਫਲ ਮਿਲਦਾ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਇਹ ਸੰਸਾਰ ਇੱਕ ਵਾੜੀ ਹੈ, ਇੱਕ ਬਨਸਪਤੀ ਦੀ ਨਿਆਈ ਹੈ। ਸਾਰਾ ਸੰਸਾਰ ਹੀ ਬਨਸਪਤੀ ਹੈ। ਆਪਾਂ ਚੱਲਦੀ ਫਿਰਦੀ ਬਨਸਪਤੀ ਹਾਂ, ਉਹ ਖੜੀ ਬਨਸਪਤੀ ਹੈ। ਉਹਨਾਂ ਵਿੱਚ ਵੀ ਖੁਸ਼ਬੂ ਭਰਦਾ ਤਰ੍ਹਾਂ ਤਰ੍ਹਾਂ ਦੀ, ਜਿਹੋ ਜਿਹਾ ਉਹਨਾਂ ਦਾ ਵਾਸ਼ਨਾ ਹੁੰਦੀ ਹੈ ਉਹੋ ਜਿਹੀ ਉਹ 'ਚ ਖੁਸ਼ਬੂ ਭਰਦਾ। ਇਸੇ ਤਰ੍ਹਾਂ ਮਨੁੱਖ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਖਿਆਲ ਭਰੇ ਹੋਏ ਆ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਪਾਤਸ਼ਾਹ ਕਹਿੰਦੇ ਇਹ ਮਨੁੱਖ ਜਿਹੜੇ ਗੁਰਮੁਖ ਹਨ, ਗੁਰਮੁਖ ਲਿਪਤ ਰਹੇ ਸੰਸਾਰੇ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਦੁਨੀਆ ਤੋਂ ਨਿਰਲੇਪ ਹੋ ਗਏ। ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀ, ਗੁਰ ਕੈ ਤਕੀਐ ਨਾਮ ਆਧਾਰੇ। ਉਹ ਆਪਣਾ ਜੀਵਨ ਗੁਰੂ ਦੇ ਆਸਰੇ ਬਤੀਤ ਕਰਦੇ ਹਨ। ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁੱਖ ਪਾਵਣੇ ਆ। ਜੇ ਕੋਈ ਉਹਨਾਂ ਗੁਰਮੁਖਾਂ 'ਤੇ ਆਪਣਾ ਧੱਕਾ ਕਰਦਾ, ਜ਼ੋਰ ਚਲਾਉਂਦਾ, ਤਾਂ ਉਹ ਉਹਨਾਂ ਦਾ ਕੁਛ ਵਿਗਾੜ ਨਹੀਂ ਸਕਦਾ। ਆਪੇ ਖਪ ਕੇ ਖਤਮ ਹੋ ਜਾਂਦੇ ਆ, ਮਰ ਜਾਂਦੇ ਆ। ਦੂਜੇ ਪਾਸੇ ਮਨਮੁਖ ਦੀ ਗੱਲ ਕਰਦੇ ਆ ਨਾਲ, ਮਨਮੁਖ ਅੰਧੇ ਸੁਧ ਨਾ ਕਾਈ। ਜਿਹੜਾ ਮਨਮੁਖ ਬੰਦਾ ਹੈ ਉਹ ਅਗਿਆਨਤਾ ਵਿੱਚ ਅੰਨਾ ਹੈ, ਉਸ ਨੂੰ ਹੋਸ਼ ਨਹੀਂ ਹੈ। ਆਪਣੀ ਮਨਮਤ ਕਰਕੇ ਆਤਮ ਘਾਤੀ ਹੈ, ਆਪਣੇ ਆਪ ਦਾ ਖਾਤਮਾ ਕਰਦਾ ਹੈ। ਆਤਮ ਘਾਤੀ, ਮਰ ਜਾਣਾ, ਆਤਮ ਹੱਤਿਆ ਕਰ ਲੈਣੀ। ਇਹ ਜੀਵ ਆਤਮ ਘਾਤੀ ਹੈ, ਜਗਤ ਕਸਾਈ। ਆਤਮ ਘਾਤੀ ਮਤਲਬ ਗੁਰੂ ਦੇ ਗਿਆਨ ਤੋਂ ਲਾਹਾ ਨਹੀਂ ਲੈਂਦਾ ਗਾ, ਆਪਣੀ ਮਨ ਮਰਜ਼ੀ ਕਰਕੇ ਆਪਣੇ ਜੀਵਨ ਨੂੰ ਗਲਤ ਰਸਤੇ ਪਾ ਕੇ ਖਤਮ ਕਰਦਾ। ਜਿਵੇਂ ਨਸ਼ੇੜੀ ਲੋਕ ਨਸ਼ਿਆਂ ਵਿੱਚ ਪੈ ਕੇ ਜੀਵਨ ਬਰਬਾਦ ਕਰ ਲੈਂਦੇ ਆ, ਉਸੇ ਤਰ੍ਹਾਂ ਹੀ ਇਹ ਮਨੁੱਖ ਜਿਹੜਾ ਹੈ ਮਨਮਤ ਕਰਕੇ ਵੀ ਇਹਨੂੰ ਆਤਮ ਘਾਤੀ ਕਹਿੰਦੇ ਆ। ਔਰ ਆਤਮ ਘਾਤ ਕਰਨ ਦੇ ਕਈ ਢੰਗ ਹੈ। ਕੇਵਲ ਜ਼ਹਿਰ ਖਾ ਕੇ ਮਰ ਜਾਣਾ ਹੀ ਆਤਮ ਹੱਤਿਆ ਨਹੀਂ। ਵਿਸ਼ੇ ਵਿਕਾਰਾਂ ਵਿੱਚ ਵਰਤਣਾ, ਨਿੰਦਾ ਚੁਗਲੀ ਸਾੜਾ ਆਦਿ ਇਹਨਾਂ ਚੀਜ਼ਾਂ ਨੂੰ ਜੀਵਨ ਵਿੱਚ ਵਰਤਣਾ, ਈਰਖਾ ਕਰਨੀ, ਇਹ ਵੀ ਜ਼ਮੀਰ ਨੂੰ ਮਾਰਨਾ ਹੈ, ਆਤਮਾ ਨੂੰ ਮਾਰਨਾ। ਇੱਕ ਤਾਂ ਮੌਤ ਹੁੰਦੀ ਹੈ, ਸਾਹ ਨਿਕਲ ਜਾਣੇ। ਇੱਕ ਮੌਤ ਹੁੰਦੀ ਹੈ, ਸਰੀਰ ਤਾਂ ਤੁਰਿਆ ਫਿਰਦਾ ਪਰ ਆਤਮਾ ਜ਼ਮੀਰ ਮਰ ਜਾਂਦੀ ਹੈ ਅੰਦਰੋਂ। ਇਹ ਆਤਮ ਘਾਤੀ ਆ। ਉਹ ਜ਼ਮੀਰ ਨੂੰ ਮਾਰ ਲੈਣਾ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਾਰ ਪਹੁੰਚਾਵਨਿਆ। ਅਤੇ ਉਹ ਸੰਸਾਰ ਦੇ ਨਾਲ ਈਰਖਾ ਕਰਦੇ ਹੋਏ ਬਿਨਾਂ ਕਿਰਾਏ ਤੋਂ ਹੀ ਲੋਕਾਂ ਦਾ ਭਾਰ ਚੱਕੀ ਫਿਰਦੇ ਆ, ਬਿਨਾਂ ਕੁਝ ਲੈਣ ਦੇਣ ਤੋਂ ਹੀ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਇੱਕ ਵਾੜੀ ਹੈ, ਬਨਸਪਤੀ ਹੈ, ਪਰਮੇਸ਼ਰ ਇਹਦਾ ਮਾਲੀ ਹੈ। ਸਦਾ ਸੰਭਾਲੇ ਕੋ ਨਾਹੀ ਖਾਲੀ। ਉਹ ਸਾਰਿਆਂ ਨੂੰ ਵੇਖਦਾ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ ਦੇ ਦਿੰਦਾ। ਜਿਵੇਂ ਧਰਤੀ ਵਿੱਚ ਬੀਜ ਬੀਜੇ ਆਪਾਂ ਕਿੰਨੇ ਤਰ੍ਹਾਂ ਦੇ, ਕੋਈ ਮਿੱਠਾ ਫਲ ਲੈ ਕੇ ਪੈਦਾ ਹੋਇਆ, ਕੋਈ ਅੰਬ ਬਣ ਗਿਆ, ਕੋਈ ਕੌੜੀ ਮਿਰਚ ਬਣ ਗਿਆ, ਤਰ੍ਹਾਂ ਤਰ੍ਹਾਂ ਦੇ। ਪਾਤਸ਼ਾਹ ਨੇ ਇੱਕ ਥਾਂ 'ਤੇ ਹੋਰ ਵੀ ਕਿਹਾ ਕਿ ਸ੍ਰਿਸ਼ਟੀ ਜਿਹੜੀ ਹੈ ਇੱਕ ਤਰ੍ਹਾਂ ਦੀ ਬਨਸਪਤੀ ਦੀ ਤਰ੍ਹਾਂ ਹੈ। ਮਨੁੱਖ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਸੁਭਾਅ ਹਨ, ਜਿਵੇਂ ਬਨਸਪਤੀ ਤਰ੍ਹਾਂ ਤਰ੍ਹਾਂ ਦੇ ਸੁਭਾਅ ਰੱਖਦੀ ਆ। ਅਤੇ ਮਨੁੱਖ ਵੀ ਜਿਹੋ ਜਿਹੀ ਵਾਸ਼ਨਾ ਲੈ ਕੇ ਮਰਿਆ ਸੀ ਅਤੇ ਮਰਦੇ ਹੋਏ ਜਿਹੋ ਜਿਹੀ ਵਾਸ਼ਨਾ ਪੈਦਾ ਕੀਤੀ, ਅੱਗੇ ਉਹਨੂੰ ਉਹੋ ਜਿਹਾ ਜਨਮ ਦੇ ਦਿੱਤਾ। ਜਿਹੀ ਵਾਸ਼ਨਾ ਪਾਏ ਬਿਰਖੈ ਹੇਠ ਸਭ ਜੰਤ ਇਕੱਠੇ। ਹੁਣ ਸਾਡੇ 'ਤੇ ਗੱਲ ਕੀਤੀ ਮਾਰੂ ਰਾਗ ਵਿੱਚ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਹ ਆਪਣੇ ਸੁਭਾਅ ਹੈ, ਆਪਣੀ ਵਾਸ਼ਨਾ ਹੈ। ਇੱਕ ਤੱਤੇ ਇੱਕ ਬੋਲਣ ਮਿੱਠੇ, ਅਸ ਦਾ ਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਂਦ ਬਿਹਾਣੀਆਂ। ਜਿਵੇਂ ਜਿਵੇਂ ਉਮਰ ਪੂਰੀ ਹੁੰਦੀ ਜਾਂਦੀ ਹੈ, ਕੋਈ ਤੜਕੇ ਕੋਈ ਹੱਥ ਨੇ ਮਰਦਾ ਜਾ ਰਿਹਾ, ਤੁਰਿਆ ਜਾ ਰਿਹਾ। ਅਸਤ ਦਿਨ ਚੜ੍ਹੇ, ਦਿਨ ਛਿਪੇ ਅਤੇ ਅਦੋਤ ਦਿਨ ਚੜ੍ਹੇ। ਇਸ ਤਰ੍ਹਾਂ ਕੋਈ ਸੁਬਾਹ ਕੋਈ ਸ਼ਾਮ ਤੁਰਿਆ ਜਾ ਰਿਹਾ ਦੁਨੀਆ 'ਚੋਂ। ਅਸਤ ਅਦੋਤ ਭਏ ਉੱਠ ਚੱਲੇ, ਜਿਉਂ ਜਿਉਂ ਔਂਦ ਬਿਹਾਣੀਆਂ। ਫਿਰ ਅੱਗੇ ਪਾਪ ਕਰੇਦਣ ਸਰ ਪਰ ਮੁੱਠੇ। ਜਿਨ੍ਹਾਂ ਨੇ ਇੱਥੇ ਦੁਨੀਆ ਨੂੰ ਦੁੱਖ ਦਿੱਤਾ, ਠੱਗੀਆਂ ਮਾਰੀਆਂ, ਧੋਖੇ ਕੀਤੇ,
ਵਿਸ਼ੇ ਵਿਕਾਰਾਂ ਦੇ ਵਿੱਚ ਜੀਵਨ ਬਰਬਾਦ ਕੀਤਾ, ਉਹਨਾਂ ਨੂੰ ਫਿਰ ਫੜ ਲਿਆ ਬਾਣੀਏ ਨੇ। ਕਿਹੜਾ ਬਾਣੀਆ? ਜਿਹੜਾ ਪਰਮੇਸ਼ਰ ਦਾ ਧਰਮ ਰਾਜ। ਪਾਪ ਕਰੇਦੜ ਸਰਸਵਰ ਮੁੱਠੇ, ਉਹਨਾਂ ਨੂੰ ਫੜ ਲਿਆ ਪਾਪ ਕਰਨ ਵਾਲਿਆਂ ਨੂੰ। ਲੇਖਾ ਮੰਗੈ ਬਾਣੀਆਂ, ਫਿਰ ਉਹ ਹਿਸਾਬ ਕਿਤਾਬ ਕਰਦਾ ਇਹਦੇ ਨਾਲ। ਇਸ ਕਰਕੇ ਪਾਤਸ਼ਾਹ ਬਾਣੀ ਵਿੱਚ ਅੱਜ ਦੇ ਬਚਨ ਕੱਤਕ ਦੇ ਮਹੀਨੇ ਰਾਹੀਂ ਤੇ ਲੜੀਵਾਰ ਸ਼ਬਦ ਰਾਹੀਂ ਇਹੀ ਗੱਲ ਕਰਦੇ ਨੇ ਕਿ ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾਵਣਿਆ ਮਨਮੁਖ ਰੋਗੀ ਹੈ ਸੰਸਾਰਾ। ਇਹ ਸੰਸਾਰ ਆਪਣੀ ਮਨਮਤ ਕਰਕੇ ਦੁਖੀ ਆ, ਕਿਉਂਕਿ ਇੰਦਰੀਆਂ ਦੇ ਸਵਾਦਾਂ ਕਰਕੇ ਜਦੋਂ ਪੁੱਠੀਆਂ ਸਿੱਧੀਆਂ ਚੀਜ਼ਾਂ ਵਸਤੂਆਂ ਖਾਂਦਾ ਤੇ ਉਹਦੇ ਨਾਲ ਅੰਦਰ ਜਾ ਕੇ ਰੋਗ ਪੈਦਾ ਹੁੰਦੇ ਆ, ਤੇ ਉਹ ਵੀ ਤਾਂ ਬੰਦੇ ਨੇ ਆਪ ਹੀ ਪੈਦਾ ਕੀਤੇ ਨਾ। ਜਦੋਂ ਗਲਤ ਚੀਜ਼ ਖਾਵੇਗਾ, ਚਾਹੇ ਉਹ ਅੱਖਾਂ ਦੇ ਨਾਲ ਗਲਤੀ ਕਰੇ, ਚਾਹੇ ਰਸਨਾ ਨਾਲ ਗਲਤੀ ਕਰੇ, ਚਾਹੇ ਕੰਨਾਂ ਨਾਲ ਗਲਤੀ ਕਰੇ, ਜਦੋਂ ਇਹ ਗਿਆਨ ਤੋਂ ਬਗੈਰ ਵਰਤੇਗਾ ਉਦੋਂ ਦੁਖੀ ਹੋਵੇਗਾ। ਪ੍ਰੀਤਮ ਜੀ ਕਹਿੰਦੇ, ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਉਹ ਤਾਂ ਸਾਰਿਆਂ ਨੂੰ ਵੇਖਦਾ ਹੈ, ਪਰ ਜਿਹੋ ਜਿਹਾ ਇਹ ਮੰਗਦਾ ਉਹੋ ਜਿਹਾ ਪਾ ਦਿੰਦਾ ਹੈ। ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਜਿਹੋ ਜੀ ਮੰਗਦਾ ਉਹੋ ਜੀ ਪਾ ਦਿੰਦਾ, ਫਿਰ ਉਹੋ ਜਿਹੇ ਵਰਤਣੇ ਨਾ। ਵਾਸੂ ਵਾਸ ਜਨਾਵਣਿਆ ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ। ਉਸ ਪਰਮੇਸ਼ਰ ਨੂੰ ਵਿਸਾਰਨ ਕਰਕੇ ਮਨੁੱਖ ਦੁਖੀ ਹੈ, ਕਿਉਂਕਿ ਸੁੱਖ ਦੇਣ ਵਾਲੇ ਪਰਮੇਸ਼ਰ ਨੂੰ ਵਿਸਾਰ ਦਿੱਤਾ। ਜਗਜੀਵਨ ਪੁਰਖ ਵਿਸਾਰ ਕੇ ਮਨ ਸੰਧੀ ਆਸ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੂੰ ਭੁਲਾ ਕਰਕੇ ਮਨੁੱਖ ਨੂੰ ਜਗਜੀਵਨ ਪੁਰਖ ਤਿਆਗ ਕੇ ਪਰਮੇਸ਼ਰ ਨੂੰ ਵਿਸਾਰ ਕੇ ਸੁਖਦਾਤਾ ਵਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਿਰੇ ਬਿਲ ਲਾਂਦੇ। ਇਸ ਤਰ੍ਹਾਂ ਦੁੱਖਾਂ ਦੇ ਵਿੱਚ ਜੀਵ ਭਟਕਦਾ ਫਿਰਦਾ, ਬਿਨ ਗੁਰ ਸ਼ਾਂਤ ਨ ਪਾਵਣਿਆ। ਗੁਰ ਭਾਵ ਗਿਆਨ, ਗੁਰੂ ਹੁੰਦਾ ਗਿਆਨ ਦੇਣ ਵਾਲਾ, ਗੁਰ ਹੁੰਦਾ ਗਿਆਨ। ਕੋਈ ਵੀ ਕੰਮ ਤੁਸੀਂ ਗਿਆਨ ਤੋਂ ਬਗੈਰ ਸਹੀ ਨਹੀਂ ਕਰ ਸਕਦੇ, ਤੇ ਗਿਆਨ ਤੋਂ ਬਗੈਰ ਸੁਖੀ ਨਹੀਂ ਹੋ ਸਕਦੇ। ਤੁਹਾਡੀ ਆਪਣੀ ਗੱਡੀ ਆ, ਰਸਤੇ ਵਿੱਚ ਖਰਾਬ ਹੋ ਜੇ, ਤੁਹਾਨੂੰ ਠੀਕ ਕਰਨ ਦਾ ਗਿਆਨ ਨਹੀਂ ਹੈ, ਤੁਸੀਂ ਉਹਨਾਂ ਚਿਰ ਸੁਖੀ ਨਹੀਂ ਹੋ ਸਕਦੇ ਜਿੰਨਾ ਚਿਰ ਗਿਆਨਵਾਨ ਬੰਦਾ ਆ ਕੇ ਉਹਨੂੰ ਠੀਕ ਨਹੀਂ ਕਰਦਾ। ਕਹੋ ਸਤਨਾਮ ਸ੍ਰੀ। ਤੁਸੀਂ ਕੋਲੇ ਘੁੰਮਦੇ ਫਿਰੋਗੇ ਪਰ ਠੀਕ ਨਹੀਂ ਕਰ ਸਕਦੇ, ਕਿਉਂਕਿ ਗਿਆਨ ਨਹੀਂ ਹੈ। ਇਸੇ ਤਰ੍ਹਾਂ ਸਰੀਰ ਦਾ ਗਿਆਨ ਹੈ, ਸਰੀਰ ਵੀ ਗੱਡੀ ਆ, ਤੇ ਸਰੀਰ ਦਾ ਗਿਆਨ ਸਾਨੂੰ ਗੁਰੂ ਤੋਂ ਲੈਣਾ ਪੈਣਾ ਹੈ। ਗੁਰਮਤਿ ਮੁਤਾਬਕ ਚੱਲ ਕੇ ਅਸੀਂ ਸਰੀਰ ਰੂਪੀ ਗੱਡੀ ਨੂੰ ਸਹੀ ਰੱਖ ਸਕਦੇ ਹਾਂ। ਪ੍ਰੀਤਮ ਜੀ ਕਹਿੰਦੇ, ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਨ ਕੀਤੇ ਸੋਈ ਵਿਦ ਜਾਣੇ, ਜਿਸ ਨੇ ਸਾਨੂੰ ਸਾਜਿਆ ਉਸੇ ਨੂੰ ਪਤਾ ਹੈ ਕਿਵੇਂ ਠੀਕ ਰਹਿ ਸਕਦੀ ਆ। ਤੇ ਕਿਵੇਂ ਠੀਕ ਰਹਿ ਸਕਦੀ ਆ, ਇਹ ਗੁਰਬਾਣੀ ਵਿਚਾਰ ਲਓ। ਗੁਰਬਾਣੀ ਸਰੀਰ ਵਾਸਤੇ ਲਿਖੀ ਹੈ। ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਰੀਰ ਦੇ ਦੁੱਖਾਂ ਦਾ ਨਿਵਾਰਨ ਕਰਨ ਵਾਸਤੇ ਬਾਣੀ ਰਚੀ ਹੈ ਸਤਿਗੁਰਾਂ ਨੇ। ਇਸ ਕਰਕੇ ਜਿਹੜਾ ਬਾਣੀ ਨਾਲ ਜੁੜੇਗਾ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਨ ਕੀਤੇ ਸੋਈ ਵਿਦ ਜਾਣੇ, ਜਿਹਨੇ ਸਾਨੂੰ ਸਾਜਿਆ ਉਹਨੂੰ ਹੀ ਸਾਡੇ ਬਾਰੇ ਜਾਣਕਾਰੀ ਆ। ਉਹ ਕਿਰਪਾ ਕਰੇ ਤੇ ਆਪਾਂ ਉਹਦੇ ਹੁਕਮ ਨੂੰ ਸਮਝੀਏ। ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣੇ ਆ। ਨਹੀਂ ਤਾਂ ਫਿਰ ਜਿਹੋ ਜਿਹੇ ਖਿਆਲ ਹੋਣਗੇ ਉਹੋ ਜਿਹਾ ਵਰਤੇਗਾ, ਜਿਹੋ ਜਿਹਾ ਵਰਤੇਗਾ ਉਹੋ ਜਿਹਾ ਫਲ ਮਿਲ ਜਾਏਗਾ। ਮਾੜੇ ਖਿਆਲ ਹੋਣਗੇ ਮਾੜਾ ਵਰਤੇਗਾ, ਦੁਨੀਆ ਨਾਲ ਮਾੜਾ ਵਰਤੇਗਾ ਤੇ ਉਸ ਦੀ ਸਜ਼ਾ ਮਿਲੇਗੀ। ਚੰਗੇ ਖਿਆਲ ਹੋਣਗੇ ਦੁਨੀਆ ਨਾਲ ਚੰਗਾ ਵਰਤੇਗਾ, ਉਹਦੇ ਸੁੱਖ ਮਿਲਣਗੇ। ਇਸ ਕਰਕੇ ਪਾਤਸ਼ਾਹ ਕਹਿੰਦੇ, ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ। ਤੀਜੇ ਪਾਤਸ਼ਾਹ ਕਹਿੰਦੇ ਵੀ ਆਪਣਾ ਤਾਂ ਮਾਲਕ ਤੋਂ ਬਗੈਰ ਕੋਈ ਨਹੀਂ। ਆਓ ਉਸ ਪਰਮਾਤਮਾ ਨਾਲ ਜੁੜੀਏ, ਉਸ ਤੋਂ ਬਗੈਰ ਸਾਡਾ ਹੋਰ ਕੋਈ ਨਹੀਂ। ਜਿਸ ਲਾਏ ਲਏ ਸੋ ਨਿਰਮਲ ਹੋਈ। ਜਿਨ੍ਹਾਂ 'ਤੇ ਕਿਰਪਾ ਕਰੇ, ਜਿਨ੍ਹਾਂ ਨੂੰ ਆਪਣੇ ਨਾਲ ਲਾ ਲਵੇ, ਜਿਨ੍ਹਾਂ ਨੂੰ ਆਪਣੇ ਹੁਕਮ ਦੀ ਸਮਝ ਦੇ ਦੇਵੇ, ਜਿਨ੍ਹਾਂ ਨੂੰ ਸਮਝਾ ਦੇਵੇ, ਕਹਿੰਦੇ ਉਹ ਉਹਦੇ ਮੁਤਾਬਕ ਚੱਲ ਪੈਣ। ਨਾਨਕ ਨਾਮ ਵਸੈ ਘਟੀ ਅੰਤਰ, ਜਿਸ ਦੇਵੈ ਸੋ ਪਾਵਣਿਆ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਜਿਨ੍ਹਾਂ ਨੂੰ ਉਹਨੇ ਦੇ ਦਿੱਤਾ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ।
ਜਿਨ੍ਹਾਂ ਨੂੰ ਉਹਨੇ ਨਾਮ ਦੀ ਦਾਤ ਦੇਤੀ ਉਹਨਾਂ ਨੇ ਹਿਰਦੇ ਵਿੱਚ ਵਸਾ ਲਿਆ, ਉਹ ਸੁਖੀ ਹੋ ਗਏ। ਨਹੀਂ ਤਾਂ ਫਿਰ ਅੱਜ ਜੋ ਸ਼ਬਦ ਆਪਾਂ ਸਰਵਣ ਕਰ ਰਹੇ ਸੀ, ਕਾਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਨਹੀਂ ਤਾਂ ਫਿਰ ਜਿਹੋ ਜਿਹਾ ਕੱਤਾਂਗੇ ਉਹੋ ਜਿਹਾ ਹੀ ਮਿਲੂਗਾ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਾਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹੇ ਫਲ ਭੋਗਣੇ ਪੈਣਗੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਵਿੱਚ ਨਾ ਕੋਈ ਕਰ ਸਕੈ ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਮਾਲਕ ਤੋਂ ਬੇਮੁਖ ਹੋ ਕੇ, ਕਿਉਂਕਿ ਮਾਲਕ ਨੇ ਸਾਨੂੰ ਗਿਆਨ ਦਿੱਤਾ। ਜਿਹੜੇ ਬੱਚੇ, ਕਈ ਵਾਰੀ ਬੱਚੇ ਸਕੂਲ ਜਾਂਦੇ ਆ ਪੜ੍ਹਨ, ਕਈ ਬੱਚੇ ਜਾਂਦੇ ਨਹੀਂ, ਕਹਿੰਦੇ ਮਾਸਟਰ ਕੁੱਟਦਾ ਹੈ, ਮਾਸਟਰ ਲੜਦਾ ਹੈ, ਮਾਸਟਰ ਝਿੜਕਦਾ ਹੈ, ਜਾਂਦੇ ਹੀ ਨਹੀਂ। ਫਿਰ ਮਾਸਟਰ ਦਾ ਕੀ ਵਿਗਾੜ ਦੇਣਗੇ, ਖੁਦ ਗਿਆਨ ਤੋਂ ਖਾਲੀ ਰਹਿ ਜਾਣਗੇ। ਕਹੋ ਸਤਨਾਮ ਸਿੰਘ। ਤੇ ਜਿਹੜੇ ਬੱਚੇ ਮਾਸਟਰ ਦੀਆਂ ਝਿੜਕਾਂ ਵੀ ਸੁਣ ਲੈਣਗੇ, ਮਾਸਟਰ ਝਿੜਕਦਾ ਤੇ ਮਨੁੱਖ ਦੇ ਭਲੇ ਵਾਸਤੇ, ਗੁਰੂ ਝਿੜਕਦਾ ਮਨੁੱਖ ਦੇ ਭਲੇ ਵਾਸਤੇ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਬਖਸ਼ੇ ਤਾਂ ਗੁਰ ਵਡਿਆਈ। ਮਾਂ ਪਿਓ ਝਿੜਕਦਾ ਬੱਚੇ ਦੇ ਭਲੇ ਵਾਸਤੇ। ਜੇ ਬੱਚਾ ਕਹੇ ਵੀ ਮੇਰਾ ਮਾਂ ਪਿਓ ਮੈਨੂੰ ਝਿੜਕਦਾ ਕਿਉਂ ਹੈ, ਨਹੀਂ ਸਮਝੇਗਾ ਤੇ ਫਿਰ ਕੀ ਕਰ ਲੇਗਾ। ਅਖੀਰ ਫਿਰ ਅੱਗੇ ਜਾ ਕੇ ਉਹਨੂੰ ਪਤਾ ਲੱਗੇਗਾ ਕਿ ਉਦੋਂ ਜਿਹੜਾ ਮਾਂ ਪਿਓ ਜਾਂ ਗੁਰੂ ਕਹਿੰਦਾ ਸੀ ਉਹ ਮੇਰੇ ਭਲੇ ਵਾਸਤੇ ਕਹਿੰਦਾ ਸੀ, ਪਰ ਮੈਂ ਸੁਣਿਆ ਨਹੀਂ। ਤਾਂ ਪ੍ਰੀਤਮ ਜੀ ਕਹਿੰਦੇ ਬੇਮੁਖ, ਬੇਮੁਖ ਹੋਣਾ, ਗੱਲ ਨਾ ਮੰਨਣੀ, ਗੱਲ ਨਾ ਸੁਣਨੀ। ਬੇਮੁਖ ਹੋਏ ਰਾਮ ਤੇ, ਬੇਮੁਖ ਗੁਰਮੁਖ ਗੁਰੂ ਵੱਲ ਮੂੰਹ, ਬੇਮੁਖ ਦੂਜੇ ਪਾਸੇ ਮੂੰਹ, ਮੈਂ ਨਹੀਂ ਸੁਣਦਾ, ਬੋਲੀ ਜਾ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਫਿਰ ਵਿਛੋੜੇ ਪੈ ਜਾਂਦੇ ਆ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਪਇਓ ਦਰਸ਼ਨ ਦੇਖੇ। ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਭਟਕਦਿਆਂ ਨੂੰ। ਇਹ ਮਨੁੱਖਾ ਜੀਵਨ ਮੈਂ ਤੇਰੇ ਮੁਤਾਬਕ ਚਲਾਵਾਂਗਾ, ਤੇਰੇ ਲੇਖੇ ਮਤਲਬ ਜਿਵੇਂ ਤੂੰ ਕਹੇਗਾ ਹੁਣ ਉਵੇਂ ਚੱਲੂੰਗਾ। ਕੋਈ ਸਤਨਾਮ ਸੀ, ਇਹ ਜਨਮ ਤੁਮਹਾਰੇ ਲੇਖੇ। ਪ੍ਰੀਤਮ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ। ਗੁਰੂ ਤੋਂ ਬੇਮੁਖ ਹੋ ਕੇ, ਮਾਂ ਪਿਓ ਤੋਂ ਬੇਮੁਖ ਹੋ ਕੇ, ਮਾਸਟਰ ਤੋਂ ਬੇਮੁਖ ਹੋ ਕੇ, ਉਸਤਾਦ ਤੋਂ ਬੇਮੁਖ ਹੋ ਕੇ ਬੰਦਾ ਸੁਖੀ ਕਿਵੇਂ ਹੋ ਸਕਦਾ ਬਈ? ਇਹਨਾਂ ਸਾਰਿਆਂ ਨੇ ਸਾਡੇ ਭਲੇ ਦੀ ਗੱਲ ਕਰਨੀ ਆ। ਜੇ ਨਹੀਂ ਸੁਣਾਂਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਸਾਡਾ ਭੋਰਾ ਫਾਇਦਾ ਨਹੀਂ ਹੋਣਾ। ਕਹੋ ਸਤਨਾਮ ਸ੍ਰੀ। ਬੇਮੁਖ ਹੋਏ ਰਾਮ ਤੇ, ਪਰਮੇਸ਼ਰ ਤੋਂ ਬੇਮੁਖ ਹੋ ਕੇ, ਲੱਗਣ ਜਨਮ ਵਿਜੋਗ। ਫਿਰ 84 ਲੱਖ ਜੂਨਾ ਫਿਰ ਤਿਆਰ ਹੈ, ਭਟਕਦੇ ਰਹੋ। ਪਹਿਲਾਂ ਉੱਥੋਂ ਨਿਕਲ ਕੇ ਆਏ ਸੀ, ਮਨੁੱਖ ਬਣਾਇਆ ਸੀ। ਜੇ ਮਨੁੱਖ ਬਣ ਕੇ ਨਹੀਂ ਗੱਲ ਸੁਣਨੀ ਤੇ ਫਿਰ ਚੱਲੋ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇਸ ਨਰੀਆ। ਬੜੇ ਲੰਮੇ ਸਮੇਂ ਬਾਅਦ ਪ੍ਰੀਤਮ ਜੀ ਕਹਿੰਦੇ ਖਿਨਮੈ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ। ਜਿਹੜੀ ਮਾਇਆ ਦੇ ਸਵਾਦ ਸੁੱਖ ਬੜੇ ਚੰਗੇ ਲੱਗਦੇ ਸੀ, ਉਹ ਗੁਰੂ ਦੀ ਗੱਲ ਨਾ ਮੰਨਣ ਕਰਕੇ ਭੈੜੇ ਹੋ ਗਏ। ਜਿਸ ਤਰ੍ਹਾਂ ਗੁਰੂ ਪਿਆਰਿਓ, ਅਜਾਮਲ, ਅਜਾਮਲ ਜਿਹੜਾ ਹੈ ਇੱਕ ਰਾਜਗੁਰੂ ਹੈ, ਇੱਕ ਬ੍ਰਾਹਮਣ ਪੁੱਤਰ ਹੈ। ਇਹਦਾ ਪਿਓ ਪਹਿਲਾਂ ਰਾਜਗੁਰੂ ਸੀਗਾ। ਇਹ ਬੱਚੇ ਨੂੰ ਕਿਸੇ ਰਿਸ਼ੀ ਕੋਲੇ ਪੜ੍ਹਨ ਵਾਸਤੇ ਲਾਇਆ, ਰਾਜ ਵਿਦਿਆ ਪੜ੍ਹਨ ਵਾਸਤੇ, ਵੇਦ ਵਿਦਿਆ ਪੜ੍ਹਨ ਵਾਸਤੇ ਲਾਇਆ ਵੀ ਕੱਲ੍ਹ ਨੂੰ ਤੈਨੂੰ ਰਾਜਗੁਰੂ ਦੀ ਡਿਊਟੀ ਦਿਵਾਵਾਂਗੇ। ਤੇ ਆਪਣੇ ਰਿਸ਼ੀ ਗੁਰੂ ਕੋਲ ਜਾਂਦਾ ਰਿਹਾ ਤੇ ਰਿਸ਼ੀ ਨੇ ਇਹਨੂੰ ਕੀ ਕਹਿਣਾ, ਪੁੱਤਰਾ ਤੂੰ ਫਿਰਨੀ ਬਾਹਰ ਬਾਹਰ ਦੀ ਆਇਆ ਕਰ ਮੇਰੇ ਕੋਲੇ। ਧਰਮਸ਼ਾਲਾ 'ਚ ਡੇਰੇ ਜਿੱਥੇ ਪੜ੍ਹਨ ਜਾਂਦਾ ਸੀ, ਇਹ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾਗਾ। ਉਹ ਬਚਪਨ ਵਿੱਚ ਤਾਂ ਬਾਹਰ ਬਾਹਰ ਦੀ ਆਉਂਦਾ ਰਿਹਾ, ਪਰ ਜਿਵੇਂ ਜਿਵੇਂ ਵੱਡਾ ਹੋਇਆ, ਜਵਾਨੀ ਵਿੱਚ ਪਹੁੰਚ ਗਿਆ, ਇੱਕ ਦਿਨ ਸੋਚਿਆ ਵੀ ਹੈ ਇਹ ਰੋਜ਼ ਕਹਿੰਦਾ ਬਾਹਰ ਬਾਹਰ ਦੀ ਜਾ, ਤੇ ਵਿੱਚ ਕੀ ਆ, ਵਿਚਾਲ ਦੀ ਹੋ ਗਿਆ। ਅਸਲ ਵਿੱਚ ਜਿਹੜੀ ਵਿਚਾਲੇ ਸੜਕ ਸੀ, ਵਿਚਾਲੇ ਰਸਤਾ ਸੀ, ਉਸ ਰਸਤੇ 'ਤੇ ਬੇਸਵਾਵਾਂ ਦੇ ਕੋਠੇ ਸਨ। ਇਹ ਉਹਨਾਂ ਤੋਂ ਬਚਾਉਣਾ ਚਾਹੁੰਦਾ ਸੀ ਉਸ ਨੂੰ। ਕੋਈ ਸਤਨਾਮ ਸੀ। ਬਸ ਫਿਰ ਕਿਸੇ ਬੇਸਵਾ ਦੇ ਢਹੇ ਚੜ੍ਹ ਗਿਆ। ਉਹਦੇ ਢਹੇ ਐਸਾ ਚੜ੍ਹਿਆ, ਗੁਰੂ ਦੀ ਗੱਲ ਨੂੰ ਭੁਲਾ ਦਿੱਤਾ।
रोज़ ਉਹਦੇ ਕੋਲ ਜਾਣ ਲੱਗਿਆ। ਉਹਦੇ ਕੋਲ ਜਾਣ ਤੋਂ ਬਾਅਦ ਸ਼ਰਾਬ ਵੀ ਪੀਣ ਲੱਗਿਆ, ਨਸ਼ੇ ਵੀ ਕਰਨ ਲੱਗ ਪਿਆ, ਬੇਸਵਾਦੇ ਵੀ ਜਾਣ ਲੱਗ ਪਿਆ। ਰਾਜੇ ਨੂੰ ਪਤਾ ਲੱਗਿਆ, ਰਾਜੇ ਨੇ ਬੜਾ ਸਮਝਾਇਆ ਵੀ ਤੇਰੇ ਪਿਓ ਦੀ ਬਣੀ ਹੋਈ ਆ ਤਾਂ ਤੈਨੂੰ ਅਸੀਂ ਨੌਕਰੀ ਦੇਤੀ, ਹੁਣ ਤੂੰ ਨਾ ਸੰਭਲ ਜਾ, ਤੂੰ ਸ਼ਾਦੀ ਕਰਾ ਲਾ, ਵਿਆਹ ਕਰਾ ਲਾ, ਭਾਵੇਂ 2 ਕਰਾ ਲਾ, ਪਰ ਇਹ ਗੱਲ ਗਲਤ ਹੈ। ਤੂੰ ਸਾਡਾ ਰਾਜਗੁਰੂ ਹੈ, ਸ਼ਰਾਬਾਂ ਪੀਣੀਆਂ, ਨਸ਼ੇ ਕਰਨੇ, ਬੇਸਵਾਦੇ ਜਾਣਾ, ਇਹ ਸ਼ੋਭਦਾ ਨਹੀਂ ਤੇਰੇ ਵਾਸਤੇ। ਪਰ ਨਾ ਮੰਨਿਆ। ਅਖੀਰ ਰਾਜੇ ਨੇ ਆਪਣੇ ਰਾਜ ਦੀ ਹੱਦ ਚੋਂ ਕੱਢਤਾ, ਕਹਿੰਦੇ ਇਹਨੂੰ ਕੱਢੋ ਬਾਹਰ, ਇਹਨੇ ਸਾਡੀ ਬਦਨਾਮੀ ਕਰਤੀ ਦੇਸ਼ ਦੀ, ਇਹਨੂੰ ਦੇਸ਼ ਚੋਂ ਬਾਹਰ ਕੱਢੋ। ਤੇ ਅਖੀਰ ਗੁਰੂ ਪਿਆਰਿਓ ਉਹਨੂੰ ਜੰਗਲਾਂ ਵਿੱਚ ਤੋੜ ਦਿੱਤਾ। ਉਹ ਜਿਹੜੀ ਬੇਸਵਾ ਦੇ ਨਾਲ ਉਹਦੀ ਦੋਸਤੀ ਪਈ ਸੀ, ਉਹਦੇ ਨਾਲ ਉਹਦਾ ਵਿਆਹ ਵੀ ਹੋ ਗਿਆ ਕਰਾ, ਉਹਨੂੰ ਵੀ ਨਾਲ ਲੈ ਗਿਆ। 6-7 ਬੱਚੇ ਉਸ ਤੋਂ ਪੈਦਾ ਹੋਏ। ਕਹੋ ਸਤਨਾਮ ਸ੍ਰੀ। ਤੇ ਅੱਜ ਉਹ ਪਛਤਾਉਂਦਾ ਬਈ ਜੇ ਮੈਂ ਆਪਣੇ ਗੁਰੂ ਦੀ ਗੱਲ ਮੰਨੀ ਹੁੰਦੀ, ਜਿਵੇਂ ਉਹ ਕਹਿੰਦਾ ਸੀ ਉਹਨੂੰ ਸੱਤ ਕਰਕੇ ਮੰਨਿਆ ਹੁੰਦਾ, ਤੇ ਅੱਜ ਆਹ ਹਾਲ ਨਾ ਹੁੰਦਾ। ਤੇ ਅਖੀਰ ਗੁਰੂ ਪਿਆਰਿਓ ਇੱਕ ਦਿਨ ਉਸ ਨੂੰ ਕੋਈ ਫਿਰ ਸਾਧੂ ਮਿਲਦਾ ਤੇ ਉਹਨੂੰ ਬੇਨਤੀ ਕਰਦਾ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ, ਮੇਰਾ ਹੁਣ ਕਿਵੇਂ ਭਲਾ ਹੋਵੇਗਾ। ਉਹ ਕਹਿੰਦਾ ਬਿਲਕੁਲ ਨਹੀਂ ਹੋ ਸਕਦਾ, ਤੂੰ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ। ਲੇਲੜੀਆਂ ਕਰਦਾ, ਮਿੰਨਤਾਂ ਕਰਦਾ। ਉਹ ਕਹਿੰਦਾ ਇੱਕੋ ਹੀ ਜੁਗਤ ਹੈ ਵੀ ਛੋਟੇ ਬੱਚੇ ਨੂੰ ਨਰੈਣ ਕਹਿ ਕੇ ਬੁਲਾ ਲਿਆ ਕਰ, ਕਹੋ ਸਤਨਾਮ ਸ੍ਰੀ। ਹੋਰ ਕੋਈ ਜੁਗਤ ਹੀ ਨਹੀਂ ਤੇਰੇ ਵਾਸਤੇ। ਜਿਹੜਾ ਤੇਰਾ ਛੋਟਾ ਬੱਚਾ ਨਾ, ਉਹਨੂੰ ਨਰੈਣ ਰੱਖ ਲਾ ਨਾਮ ਉਸ ਦਾ, ਉਹ ਨਰੈਣ ਕਹਿ ਕੇ ਬੁਲਾਇਆ ਕਰ। ਉਹਨੂੰ ਨਰੈਣ ਕਹਿ ਕੇ ਬੁਲਾਉਣ ਲੱਗੇ ਆ। ਅਖੀਰ ਪਰਮੇਸ਼ਰ ਨੇ ਕਿਰਪਾ ਕੀਤੀ, ਸਾਧੂਆਂ ਦੇ ਬਚਨ ਵੀ ਸੱਤ ਹੋਣੇ ਸੀ। ਤੇ ਜਿਸ ਵੇਲੇ ਉਹਨੂੰ ਜਮਦੂਤ ਲੈਣ ਆਏ ਤੇ ਇਹ ਆਪਣੇ ਬੱਚੇ ਨੂੰ ਆਵਾਜ਼ਾਂ ਮਾਰਨ ਲੱਗਿਆ, ਨਰੈਣ ਬਚਾਓ, ਨਰੈਣ ਬਚਾਓ। ਤੇ ਕਹਿੰਦੇ ਜਮਦੂਤਾਂ ਨੂੰ ਵੀ ਭੁਲੇਖਾ ਪੈ ਗਿਆ ਬਈ ਇਹ ਤਾਂ ਪਰਮੇਸ਼ਰ ਦਾ ਨਾਮ ਲੈ ਰਿਹਾ ਹੈ। ਤੇ ਪਰਮੇਸ਼ਰ ਨੇ ਆਪਣੇ ਨਾਮ ਦੀ ਲਾਜ ਰੱਖਦਿਆਂ ਹੋਇਆਂ ਉਸ ਰੂਹ ਦਾ ਉਧਾਰ ਕੀਤਾ। ਪਰ ਇਹ ਗੱਲ ਚੰਗੀ ਨਹੀਂ ਹੈ ਬਈ ਗੁਰੂ ਦੀ ਗੱਲ ਮੰਨ ਕੇ ਅਸੀਂ ਵੀ ਅਜਾਮਲ ਵਾਲੀ ਗੱਲ ਕਰੀਏ। ਜ਼ਰੂਰੀ ਨਹੀਂ ਵੀ ਸਾਡਾ ਵੀ ਉਸ ਤਰ੍ਹਾਂ ਉਧਾਰ ਹੋ ਜੇ। ਉਹ ਤਾਂ ਚਲੋ ਪਰਮੇਸ਼ਰ ਨੇ ਇੱਕ ਜੁਗਤ ਬਣਾਤੀ, ਤਾਰਤਾ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਬਦਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਕਰ ਇਹਦੇ ਵਸੇ। ਪਰ ਅੰਤ ਕਾਲ ਯਾਦ ਕਿਵੇਂ ਆਊਗਾ ਜੇ ਜ਼ਿੰਦਗੀ ਵੀ ਸਿਮਰਦੇ ਹੋਵਾਂਗੇ ਤਾਂ। ਪ੍ਰੀਤਮ ਜੀ ਆਖਣੀ ਬਚਨ ਕਰਦੇ ਹਨ, ਖਿਨਮੈ ਕੌੜੇ ਹੋਏਗੇ। ਜਿਵੇਂ ਅਜਾਮਲ ਵਾਸਤੇ ਉਹ ਰਾਜ ਭਾਗ ਦੇ ਸੁੱਖ ਕੌੜੇ ਹੋ ਗਏ ਜਦੋਂ ਉਹਨੇ ਗੁਰੂ ਦੀ ਗੱਲ ਤਿਆਗ ਕੇ ਬੇਸਵਾ ਦੇ ਦਰ 'ਤੇ ਜਾਣਾ ਸ਼ੁਰੂ ਕਰਤਾ। ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸਤੈ ਰੋਵੈ ਰੋਜ਼। ਫੇਰ ਕੋਈ ਬਚਾਉਣ ਵਾਲਾ ਨਹੀਂ ਜਿਨ੍ਹਾਂ ਨੂੰ ਆਪਣੀ ਸਮਝਦਾ, ਰਿਸ਼ਤੇਦਾਰ, ਸਾਗ ਸੰਬੰਧੀ, ਧੀਆਂ ਪੁੱਤਰ, ਮਾਂ ਪਿਓ, ਕੋਈ ਕਿਸੇ ਦੇ ਥਾਂ 'ਤੇ ਖੜਨ ਵਾਲਾ ਨਹੀਂ। ਸਭ ਨੂੰ ਆਪੋ ਆਪਣੀ ਭੋਗਣੀ ਪੈਣੀ ਆ। ਵਿੱਚ ਨਾ ਕੋਈ ਕਰ ਸਕੈ ਕਿਸਤੈ ਰੋਵੈ ਰੋਜ਼, ਕੀਤਾ ਕਿਛੁ ਨਾ ਹੋਵੀ ਲਿਖਿਆ ਧੁਰ ਸੰਜੋਗ। ਇਹ ਤੂੰ ਆਪ ਕੀਤਾ, ਹੁਣ ਇਹਨੂੰ ਕੋਈ ਬਦਲ ਨਹੀਂ ਸਕਦਾਗਾ। ਦੱਦਾ ਦੋਸ਼ ਨ ਦਿਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਖੈਰ ਆਖਰੀ ਪੰਕਤੀ ਵਿੱਚ ਬਾਬਾ ਜੀ ਫਿਰ ਬਖਸ਼ਿਸ਼ ਕਰਦੇ ਹਨ। ਕੀ ਕਰੀਏ? ਕਹਿੰਦੇ ਚੰਗੇ ਭਾਗ ਹੋਣ ਤੇ ਗੁਰੂ ਮਿਲ ਜਾਵੇ, ਕੋਈ ਰੱਬ ਦਾ ਪਿਆਰਾ ਮਿਲ ਜਾਵੇ। ਬੜ ਭਾਗੀ ਮੇਰਾ ਭਰਾ ਮਿਲੇ ਤਾਂ ਉਤਰੈ ਸਭ ਵਿਯੋਗ। ਗੁਰੂ ਮਿਲ ਜਾਵੇ, ਗੁਰੂ ਦੀ ਗੱਲ ਸੁਣ ਲਈਏ ਤਾਂ ਇਹ ਵਿਛੋੜੇ ਖਤਮ ਹੋ ਸਕਦੇ ਆ, ਦੁੱਖ ਖਤਮ ਹੋ ਸਕਦੇ ਆ। ਵਡ ਭਾਗੀ ਮੇਰਾ ਭਰਾ ਮਿਲੇ ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਮੁਕਤੀ ਕਰਨ ਵਾਲਾ, ਬੰਦੀਆਂ ਤੋੜਨ ਵਾਲਾ। ਮਰੋੜ ਕੇ ਜਿਵੇਂ ਕੋਈ ਬੇੜ ਤੋੜ ਦੀਏ, ਰੱਸਾ ਤੋੜ ਦੀਏ, ਇਸੇ ਤਰ੍ਹਾਂ ਬੰਦੀਆਂ ਤੋੜਨ ਵਾਲਾ ਗੁਰੂ ਹੈ। ਆ ਬੰਦੀ ਛੋੜ ਦਿਵਸ ਵੀ ਆਵੇਗਾ ਨਾ ਅੱਗੇ ਦੀਵਾਲੀ 'ਤੇ, ਦੁਸ਼ਹਿਰਾ ਪਿੱਛੇ ਲੰਘਿਆ। ਤਾਂ ਇਸ ਤਰ੍ਹਾਂ ਸਤਿਗੁਰੂ ਬੰਦੀ ਮੋਚ ਹੈ, ਸਤਿਗੁਰ ਬੰਦੀ ਮੋਚ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਜੇ ਸਾਡਾ ਜੀਵਨ, ਕਤਕ ਦਾ ਮਤਲਬ ਇੱਥੇ ਕੀ ਹੈ? ਕਤਕ ਦਾ ਮਹੀਨਾ ਨਹੀਂ, ਕਤਕ ਦਾ ਮਤਲਬ ਹੈ ਸਾਡਾ ਜੀਵਨ ਜਾਚ ਹੈ ਜਿਹੜੀ ਉਹ ਗੁਰੂ ਮੁਤਾਬਕ ਹੋਵੇ। ਕਰਮ ਜੋ ਕਰਦੇ ਆ ਉਹ ਸਾਡੇ ਗੁਰਮਤਿ ਮੁਤਾਬਕ ਹੋਣਗੇ ਤਾਂ ਸਾਡਾ ਭਲਾ ਹੋ ਜਾਊਗਾ। ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਫਿਰ ਸਾਰੀਆਂ ਸੋਚਾਂ ਖਤਮ ਹੋ ਜਾਣਗੀਆਂ। ਸੋ ਲੜੀਵਾਰ ਸ਼ਬਦ ਦੀਆਂ ਵੀ ਆਖਰੀ ਪੰਕਤੀਆਂ ਇਹੀ ਕਹਿੰਦੀਆਂ, ਦੁਖੀਏ ਨਿਤ ਫਿਰੇ ਬਿਲ ਲਾਂਦੇ ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੇ। ਗੁਰੂ ਨੇ ਸਾਨੂੰ ਸਾਜਿਆ, ਪਰਮੇਸ਼ਰ ਨੇ ਸਾਜਿਆ ਤੇ ਗੁਰੂ ਬਣ ਕੇ ਸਮਝਾਉਣ ਆ ਗਿਆ।
ਫਿਰ ਗੁਰੂ ਦੀ ਗੱਲ ਸੁਣ ਲਓ, ਗੁਰਬਾਣੀ ਦੀ ਗੱਲ ਸੁਣ ਲਓ। ਜਿਹਨੇ ਸਾਨੂੰ ਬਣਾਇਆ ਨਾ, ਉਹਨੂੰ ਪਤਾ ਵੀ ਸਾਡੀ ਸੁਖਮਈ ਜ਼ਿੰਦਗੀ ਕਿਵੇਂ ਬਤੀਤ ਹੋ ਸਕਦੀ ਹੈ, ਪਰ ਅਸੀਂ ਮਨਮਰਜ਼ੀ ਕਰਾਂਗੇ ਤੇ ਦੁਖੀ ਹੋਵਾਂਗੇ। ਛੋਟੇ ਬੱਚੇ ਨੂੰ ਵੀ ਮਾਂ ਆਪਦੀ ਮਰਜ਼ੀ ਦੇ ਨਾਲ ਹੀ ਉਹਨੂੰ ਖੁਰਾਕ ਦਿੰਦੀ ਆ, ਤਾਂ ਉਹ ਬੱਚਾ ਪ੍ਰਫੁੱਲਤ ਹੁੰਦਾ ਹੈ। ਤੇ ਜਦੋਂ ਬੱਚਾ ਸਿਆਣਾ ਹੋ ਕੇ ਮਾਂ ਪਿਓ ਦੇ ਐਂਟੀ ਹੋ ਕੇ ਮਨਮਰਜ਼ੀ ਦੀਆਂ ਖੁਰਾਕਾਂ ਖਾਂਦਾ, ਫਿਰ ਬਿਮਾਰ ਹੁੰਦਾ। ਕੋਈ ਸਤਨਾਮ ਸੀ। ਇਸੇ ਤਰ੍ਹਾਂ ਹੀ ਗੁਰੂ ਦੇ ਮੁਤਾਬਕ ਚੱਲਾਂਗੇ ਤੇ ਸੁਖੀ ਵਸਾਂਗੇ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣਿਆ। ਜਿਹੋ ਜੀ ਸਾਡੇ ਦਿਮਾਗ 'ਚ ਸੋਚ ਹੋਵੇਗੀ, ਉਹੋ ਜੀ ਬਾਹਰ ਨਿਕਲੇਗੀ। ਤੇ ਉਹੋ ਜੀ ਸਾਡੇ ਇਹਨਾਂ ਕਰਮ ਇੰਦਰੀਆਂ 'ਚੋਂ, ਗਿਆਨ ਇੰਦਰੀਆਂ 'ਚੋਂ ਵਰਤੇਗੀ। ਜਿਹੋ ਜੀ ਸੋਚ ਹੋਵੇਗੀ, ਉਹੋ ਜਿਹਾ ਦੇਖਾਂਗੇ। ਜਿਹੋ ਜੀ ਸੋਚ ਹੋਵੇਗੀ, ਉਹੋ ਜਿਹਾ ਬੋਲਾਂਗੇ। ਜਿਹੋ ਜੀ ਸੋਚ ਹੋਵੇਗੀ, ਉਹੋ ਜਿਹਾ ਸੁਣਾਂਗੇ। ਜਿਹੋ ਜੀ ਸੋਚ ਹੋਵੇਗੀ, ਉਹੋ ਜਿਹਾ ਕਰਾਂਗੇ। ਜਿਹੋ ਜੀ ਸੋਚ ਹੋਵੇਗੀ, ਪੈਰਾਂ ਨਾਲ ਉਸ ਪਾਸੇ ਜਾਵਾਂਗੇ। ਜਿਹਾ ਅੰਦਰ ਪਾਏ ਤੇਹਾ ਵਰਤੇ, ਜਿਹੋ ਜੀ ਅੰਦਰ ਹੋਵੇਗਾ, ਉਹੋ ਜਿਹਾ ਵਰਤੇਗਾ ਮਨੁੱਖ। ਪ੍ਰੀਤਮ ਜੀ ਕਹਿੰਦੇ, ਆਓ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ। ਗੁਰੂ ਅਮਰਦਾਸ ਜੀ ਕਹਿੰਦੇ, ਮੇਰਾ ਤਾਂ ਕੇਵਲ ਗੁਰੂ ਹੈ, ਪਰਮੇਸ਼ਰ ਹੈ। ਮੈਂ ਉਸ ਦੇ ਮੁਤਾਬਕ ਚੱਲਾਂਗਾ ਜਿਵੇਂ ਉਹ ਕਹਿੰਦਾ। ਜਿਵੇਂ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਪਿਆਰਿਆਂ ਨੇ ਜੋ ਕਿਹਾ, ਜੇ ਅਸੀਂ ਉਸ ਦੇ ਮੁਤਾਬਕ ਚੱਲਾਂਗੇ ਤਾਂ ਸਿੱਖ ਹਾਂ, ਜੇ ਐਂਟੀ ਚੱਲਾਂਗੇ ਤੇ ਫਿਰ ਗੁਰੂ ਅਮਰਦਾਸ ਜੀ ਇੱਥੇ ਝਿੜਕਦੇ ਆ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੋ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਪ੍ਰੀਤਮ ਜੀ ਆਖਰੀ ਪੰਕਤੀ ਵਿੱਚ ਕਹਿੰਦੇ, ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਘਟ ਅੰਤਰ, ਜਿਸ ਦੇਵੇ ਸੋ ਪਾਵਣਿਆ। ਇਹ ਨਾਮ ਬੜਾ ਕੀਮਤੀ ਹੈ, ਪਰ ਮਿਲਦਾ ਵੀ ਬਿਰਲਿਆਂ ਨੂੰ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ। ਇਸੀ ਲੜੀਵਾਰ ਸ਼ਬਦ ਦੀ ਵਿਚਾਰ ਇਤਿਹਾਸ ਸੰਗਰਾਮ ਦੇ ਮੁਤਾਬਕ ਕੱਤਕ ਦੇ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਕਰਨ। ਅਗਲੇ ਸ਼ਬਦ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ।